हे गुरु दंडोत बंधन अनक बार, सर्व कला समरथ डोलन ते राखो प्रभु। नानक दे कर हथ हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले जद 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 मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले हथ दे के रखना जी, जदों मन डोले जदों मन डोले। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਪਿਆਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੀਆਂ ਸੰਗਤਾਂ ਜੋ ਸਾਲਾਨਾ ਗੁਰਮਤਿ ਸਮਾਗਮ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ, ਨਵਾਂ ਸਾਲ ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਚੇਤ ਦੇ ਮਹੀਨੇ ਦੀ ਸੰਗਰਾਂਦ ਨਵਾਂ ਸਾਲ ਮਨਾਉਣ ਵਾਸਤੇ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋਏ ਹੋ। ਥੋੜ੍ਹੇ ਜਿਹੇ ਮਿੰਟਾਂ ਵਾਸਤੇ ਆਪਾਂ ਸਤਿਗੁਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਲ ਮਿਲ ਕੇ ਹਾਜ਼ਰੀ ਭਰਦੇ ਹਾਂ। ਉਪਰੰਤ ਸਮਾਪਤੀ ਦੀ ਅਰਦਾਸ ਹੋਣੀ ਹੈ ਤੇ ਆਪਾਂ ਥੋੜ੍ਹੀ ਜਿਹੀ ਵਿਚਾਰ ਕੇਵਲ ਅਰਦਾਸ ਦੇ ਉੱਪਰ ਹੀ ਕਰਦੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿੰਦੇ ਜਦੋਂ ਤੈਨੂੰ ਕਦੇ ਕੋਈ ਲੋੜ ਹੈ ਨਾ, ਤੇਰੇ ਮਨ ਦੀ ਕੋਈ ਵਿਅਥਾ ਹੈ, ਕਹਿੰਦੇ ਉਹਦੇ ਅੱਗੇ ਅਰਦਾਸ ਕਰ।
ਪ੍ਰਭ ਪਾਸ ਜਨ ਕੀ ਅਰਦਾਸ। ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ। ਅਰਦਾਸ ਦੀ ਮਰਿਆਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਆਰੰਭ ਹੋਈ। ਜਦੋਂ ਸੱਚੇ ਪਾਤਸ਼ਾਹ ਜੀ ਉਦਾਸੀਆਂ ਤੇ ਚੱਲੇ ਨੇ ਤੇ ਰਾਏ ਬੁਲਾਰ ਜੀ ਨੇ ਪੁੱਛਿਆ ਸੀ ਦੀਦਾਰ ਕਦੋਂ ਦਿਓਗੇ, ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਜਦੋਂ ਅਰਦਾਸ ਕਰੋਗੇ। ਤੇ ਕਹਿੰਦੇ ਜੀ ਅਰਦਾਸ ਕੀ ਹੁੰਦੀ ਹੈ? ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਜਦੋਂ ਆਪਣਾ ਬਲ ਸਿਆਣਪ ਕੰਮ ਨਾ ਕਰੇ ਉਦੋਂ ਗੁਰੂ ਨੂੰ ਉਦੋਂ ਰੱਬ ਨੂੰ ਯਾਦ ਕਰੀਏ ਕਿ ਉਹ ਮੇਰੀ ਸਹਾਇਤਾ ਕਰੇ, ਉਹਨੂੰ ਅਰਦਾਸ ਕਹਿੰਦੇ ਆ। ਜਦੋਂ ਆਪਣੀ ਸਿਆਣਪ ਆਪਣਾ ਬਲ ਹਾਰ ਜਾਏ ਤੇ ਅਰਦਾਸ ਵਿੱਚ ਪਿਆਰਿਓ ਸ਼ਰਤ ਹੀ ਇਹ ਹੈ ਕਿ ਜਦੋਂ ਅਰਦਾਸ ਕਰਨੀ ਹੈ ਉਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਛੋੜ ਸਿਆਣਪ ਸਗਲ। ਕਹਿੰਦੇ ਚਤਰਾਈ ਨਾ ਕਰੀ, ਚਲਾਕੀ ਨਾ ਕਰੀ, ਮਨ ਤਨ ਅਰਪ ਧਰ। ਸਮਰਪਣ ਭਾਵ ਚਾਹੀਦਾ ਤੇਰੇ ਮਨ ਦਾ ਵੀ ਤੇਰੇ ਤਨ ਦਾ ਵੀ। ਅਰਦਾਸ ਪ੍ਰਵਾਨ ਤਾਂ ਹੋਣੀ ਹੈ। ਆਪਾਂ ਰੋਜ਼ ਅਰਦਾਸ ਵਿੱਚ ਇੱਕ ਦਾਤ ਮੰਗਦੇ ਹਾਂ ਸੱਚੇ ਪਾਤਸ਼ਾਹ ਜੀ ਕੋਲੋਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਤੇ ਇਹ ਜਿਹੜੇ 6 ਦਾਨ ਆਪਾਂ ਮੰਗਦੇ ਆ ਇਹਨਾਂ ਚੋਂ ਇੱਕ ਦਾਨ ਮੰਗਦੇ ਆ ਭਰੋਸੇ ਦਾ। ਤੇ ਅਰਦਾਸ ਵਿੱਚ ਭਰੋਸੇ ਦਾ ਹੋਣਾ ਬੜਾ ਜ਼ਰੂਰੀ ਹੈ। ਜਿਹੜਾ ਅਰਦਾਸ ਭਰੋਸੇ ਨਾਲ ਕਰਦਾ ਹੈ ਨਾ ਪਿਆਰਿਓ, ਉਹਦੀ ਅਰਦਾਸ ਗੁਰੂ ਪ੍ਰਵਾਨ ਜ਼ਰੂਰ ਕਰਦਾ ਹੈ। ਤੇ ਹੋਇਆ ਵੀ ਏਦਾਂ ਹੀ। ਅੱਜ ਤੱਕ ਜਿਸ ਨੇ ਭਰੋਸੇ ਨਾਲ ਅਰਦਾਸ ਕੀਤੀ, ਵਿਸ਼ਵਾਸ ਨਾਲ, ਉਹਦੀ ਅਰਦਾਸ ਪ੍ਰਵਾਨ ਹੋਈ, ਸਿਰੇ ਚੜੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਬੇ ਨਾਨਕੀ ਜੀ ਨੇ ਵੀ ਪੁੱਛਿਆ ਸੀ ਜਦੋਂ ਮਹਾਰਾਜ ਸਾਹਿਬ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਤੇ ਚੱਲੇ ਐ ਕਿ ਮੈਂ ਤੁਹਾਡੇ ਦਰਸ਼ਨਾਂ ਬਿਨਾਂ ਰਹਿ ਤੇ ਸਕਦੀ ਨਹੀਂ, ਪਰ ਤੁਹਾਡਾ ਹੁਣ ਜਿਹੜਾ ਜਾਣ ਦਾ ਮਕਸਦ ਹੈ ਉਹ ਵੱਡਾ ਹੈ। ਚੜਿਆ ਸੋਧਣ ਧਰਤ ਲੁਕਾਈ, ਪਰ ਜਦੋਂ ਮਿਲਣ ਨੂੰ ਜੀ ਕਰੇ ਉਦੋਂ ਕੀ ਕਰਾਂ। ਤੇ ਮਹਾਰਾਜ ਜੀ ਨੇ ਆਖਿਆ ਸੀ ਬੇਬੇ ਖਾਤਰ ਜਮਾ ਕਰੀ। ਖਾਤਰ ਤੋਂ ਭਾਵ ਹੈ ਸ਼ਰਧਾ, ਭਰੋਸਾ, ਵਿਸ਼ਵਾਸ। ਕਹਿੰਦੇ ਖਾਤਰ ਜਮਾ ਕਰੀ, ਜਿਤ ਵੇਲੇ ਯਾਦ ਕਰਸੈਂ ਤਿਤ ਵੇਲੇ ਹਾਜ਼ਰ ਹੋਸਾਂ। ਇਦਾਂ ਹੀ ਹੋਇਆ। ਇਤਿਹਾਸ ਇਸ ਬਾਤ ਦਾ ਗਵਾਹ ਹੈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲੀ ਉਦਾਸੀ ਤੇ ਗਏ, ਸਮਾਂ ਆਪਣੀ ਚਾਲੇ ਤੁਰਿਆ ਗਿਆ। ਬੇਬੇ ਦੀ ਪ੍ਰੀਤ ਉਸੇ ਤਰ੍ਹਾਂ ਦਿਨ ਰਾਤ 1 ਸਾਲ 2 ਸਾਲ 3 ਸਾਲ 8 ਸਾਲ ਲੰਘ ਗਏ। ਯਾਦ ਤੇ ਹਰ ਪਲ ਆਉਂਦੀ ਹੈ। ਤੇ ਇੱਕ ਦਿਨ ਯਾਦ ਕਰਦਿਆਂ ਕਰਦਿਆਂ ਸੌਂ ਗਏ। ਸੁਪਨਾ ਆਇਆ ਤੇ ਸੁਪਨੇ ਵਿੱਚ ਦੁੱਧ ਰਿੜਕ ਰਹੇ ਨੇ।
ਦੁੱਧ ਰਿੜਕਦਿਆਂ ਜਦੋਂ ਮੱਖਣ ਆਇਆ ਤੇ ਬੜਾ ਹੀ ਸੋਹਣਾ ਸੀ, ਇਤਿਹਾਸ ਕਹਿੰਦਾ। ਮੱਖਣ ਵੇਖ ਕੇ ਗੁਰੂ ਨਾਨਕ ਦੀ ਯਾਦ ਆ ਗਈ ਵੀ ਇਦਾਂ ਦਾ ਮੱਖਣ ਤੇ ਮੇਰੇ ਵੀਰ ਨੂੰ ਬੜਾ ਹੀ ਪਸੰਦ ਹੈ। ਫਿਰ ਬੇਬੇ ਆਟਾ ਗੁੰਨਣ ਲੱਗੀ ਤੇ ਆਟਾ ਬੁੜਕ ਗਿਆ। ਫਿਰ ਵੀਰ ਦੀ ਯਾਦ ਆਈ, ਜਦੋਂ ਫੁਲਕਾ ਤਵੇ ਤੇ ਪਾਇਆ, ਫੁਲਕਾ ਫੁੱਲਿਆ ਤੇ ਫਿਰ ਯਾਦ ਆ ਗਈ। ਸੁਪਨੇ ਵਿੱਚ ਹੀ ਗਲ ਵਿੱਚ ਪੱਲਾ ਪਾ ਲਿਆ, ਖਲੋ ਗਏ ਕਿ ਵੀਰ ਹੁਣ ਨਹੀਂ ਰਿਹਾ ਜਾਂਦਾ। ਤੇ ਉਸੇ ਵੇਲੇ ਦਰਵਾਜ਼ਾ ਖੜਕ ਗਿਆ। ਦਰਵਾਜ਼ਾ ਖੜਕਿਆ ਤੇ ਜਾ ਕੇ ਦਰਵਾਜ਼ਾ ਖੋਲਿਆ ਤੇ ਘਰ ਦਾ ਨੌਕਰ ਬਾਲਣ ਲੈ ਕੇ ਆਇਆ ਸੀ। ਐਸਾ ਸੁਪਨੇ 'ਚ ਝਟਕਾ ਵੱਜਿਆ, ਜਾਗ ਖੁੱਲ ਗਈ। ਫਿਰ ਮੁੜ ਕੇ ਨੀਂਦ ਨਾ ਆਈ, ਸਾਰੀ ਰਾਤ ਜਾਗਦਿਆਂ ਦੀ ਲੰਘ ਗਈ। ਅੰਮ੍ਰਿਤ ਵੇਲਾ ਹੋ ਗਿਆ, ਉਸੇ ਤਰ੍ਹਾਂ ਉੱਠੇ। ਇਤਿਹਾਸ ਕਹਿੰਦਾ ਹੈ ਸਵੇਰ ਉੱਠ ਕੇ ਭੈਣ ਇਸ਼ਨਾਨ ਕੀਤਾ, ਬਾਣੀ ਪੜ੍ਹੇ ਤੇ ਦਹੀਂ ਰੜਕਾਵੰਦੀ ਹੈ। ਮੱਖਣ ਤੱਕ ਵੀਰ ਯਾਦ ਆਇਆ, ਆ ਕੇ ਛਕੇ ਇਹ ਲੋਚ ਲੁਚਾਵੰਦੀ ਹੈ। ਫਿਰ ਉਦਾਂ ਹੀ ਪ੍ਰਤੱਖ ਵਿੱਚ ਉਦਾਂ ਹੀ ਹੋ ਰਿਹਾ ਜਿੱਦਾਂ ਸੁਪਨੇ 'ਚ ਹੋ ਰਿਹਾ ਸੀ। ਉਦਾਂ ਦੁੱਧ ਰਿੜਕਿਆ ਜਾ ਰਿਹਾ, ਉਦਾਂ ਮੱਖਣ ਆਇਆ, ਉਦਾਂ ਆਟਾ ਗੁੰਨਣ ਲੱਗਦੇ ਨੇ। ਆਟਾ ਬੁੜਕ ਗਿਆ, ਗੁੰਨ ਕੇ ਰੱਖ ਲਿਆ। ਅੱਗ ਵਾਲੀ ਤਵਾ ਰੱਖਿਆ, ਫੁਲਕਾ ਪਾਉਣ ਲੱਗੇ। ਯਾਦ ਅੰਦਰ ਉਦਾਂ ਹੀ ਡਾਢੀ, ਉਹ ਸੁਪਨੇ ਦਾ ਵੀ ਖਿਆਲ ਹੈ ਤੇ ਜਿਵੇਂ ਪਿਕਚਰ ਜੋ ਸੁਪਨੇ 'ਚ ਸੀ ਉਹ ਪ੍ਰਤੱਖ ਹੁਣ ਵਰਤ ਰਹੀ ਹੈ। ਜਦੋਂ ਫੁਲਕਾ ਪਾਇਆ, ਇੰਨਾ ਸੋਹਣਾ ਫੁਲਕਾ ਪੱਕਿਆ, ਹੁਣ ਰਿਹਾ ਨਾ ਗਿਆ। ਲਾ ਕੇ ਛਾਬੇ 'ਚ ਰੱਖ ਕੇ ਤੇ ਉੱਥੇ ਹੀ ਚੁੱਲ੍ਹੇ ਦੇ ਕੋਲ ਖੜੇ ਹੋ ਗਏ, ਗਲ ਵਿੱਚ ਚੁੰਨੀ ਦਾ ਪੱਲਾ ਪਾ ਕੇ, ਤੇ ਕਹਿੰਦੇ ਵੀਰ ਰਿਹਾ ਨਹੀਂ ਜਾਂਦਾ। ਰਿਹਾ ਨਹੀਂ ਜਾਂਦਾ। ਨਾਲੇ ਖੂਹ ਨਿਕਲ ਗਈ ਤੇ ਖੌੜੇ ਕਿਹੜੀ ਵਲੈਤੀ ਵਿਚਰਦਾ ਸੀ। ਉਸ ਵੇਲੇ ਪਤਾ ਨਹੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੱਥੇ ਸਨ। ਸਵੇਰ ਦਾ ਸਮਾਂ ਨਿਜ ਸਰੂਪ ਵਿੱਚ ਟਿਕੇ ਹੋਏ ਨੇ। ਇੱਕਦਮ ਅੱਖਾਂ ਖੋਲ ਕੇ ਕਹਿੰਦੇ ਮਰਦਾਨਿਆ ਤੂੰ ਆਵਾਜ਼ ਮਾਰੀ ਹੈ? ਨਹੀਂ ਮਹਾਰਾਜ, ਮੈਂ ਤੇ ਆਵਾਜ਼ ਨਹੀਂ ਮਾਰੀ। ਮਰਦਾਨਿਆ ਆਵਾਜ਼ ਪਈ ਹੈ। ਮਹਾਰਾਜ ਮੈਂ ਆਵਾਜ਼ ਨਹੀਂ ਮਾਰੀ, ਵੀ ਆ ਬਾਣ ਜੰਗਲ ਹੈ, ਇੱਥੇ ਕੋਈ ਹੈ ਹੀ ਨਹੀਂ ਤੁਹਾਨੂੰ ਆਵਾਜ਼ ਮਾਰਨ ਵਾਲਾ। ਮਰਦਾਨਿਆ ਇੱਥੇ ਤੇ ਕੋਈ ਨਹੀਂ, ਪਰ ਬੇਬੇ ਪਈ ਆਵਾਜ਼ਾਂ ਮਾਰਦੀ ਹੈ। ਕਹਿੰਦੇ ਬੇਬੇ ਪਈ ਯਾਦ ਕਰਦੀ ਹੈ। ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਮਹਾਰਾਜ ਪਤਾ ਹੀ ਨਹੀਂ ਕਿੱਥੇ ਆ, 8.5 ਸਾਲ ਹੋ ਗਏ ਆਇਆ, ਪਤਾ ਹੀ ਨਹੀਂ ਕਿੱਥੇ ਆ, ਕਿੱਦਾਂ ਪਹੁੰਚ ਸਕਦੇ ਆ? ਤੇ ਮਹਾਰਾਜ ਕਹਿੰਦੇ ਮਰਦਾਨਿਆ ਹੁਣ ਮੀਲ 2 ਜਾਂ 50 ਜਾਂ 100 ਜਾਂ 1000 ਦੀ ਗੱਲ ਨਹੀਂ, ਹੁਣ ਤਾਂ ਬੇਬੇ ਦੀ ਅਰਦਾਸ ਦੀ ਗੱਲ ਹੈ। ਉਹ ਵਿਹੜੇ 'ਚ ਖਲੋਤੀ, ਗਲ ਵਿੱਚ ਪੱਲਾ ਪਾ ਕੇ ਪੁਕਾਰ ਕਰ ਰਹੀ ਹੈ, ਚੱਲ ਚਲੀਏ। ਖੜੀ ਭੈਣ ਪੁਕਾਰਾਂ ਅੱਜ ਕਰਦੀ ਹੈ। ਮਾਰੇ ਕਹਿੰਦੇ ਭੈਣ ਪੁਕਾਰ ਰਹੀ ਹੈ, ਚੱਲ ਭਾਈ ਉੱਠ ਚੱਲੀਏ। ਖੜੀ ਭੈਣ ਪੁਕਾਰਾਂ ਅੱਜ ਕਰਦੀ ਹੈ, ਚੱਲ ਭਾਈ ਉੱਠ ਚੱਲੀਏ। ਚੱਲ ਭਾਈ ਉੱਠ ਚੱਲੀਏ। ਖੜੀ ਭੈਣ ਪੁਕਾਰ ਅੱਜ ਕਰਦੀ ਏ, ਚੱਲ ਭਾਈ ਉੱਠ ਚੱਲੀਏ। ਖੜੀ ਭੈਣ ਪੁਕਾਰ ਅੱਜ ਕਰਦੀ ਏ, ਚੱਲ ਭਾਈ ਉੱਠ ਚੱਲੀਏ। ਖੜੀ ਭੈਣ ਪੁਕਾਰ ਅੱਜ ਕਰਦੀ ਏ, ਚੱਲ ਭਾਈ ਉੱਠ ਚੱਲੀਏ। ਖੜੀ ਭੈਣ ਪੁਕਾਰ ਅੱਜ ਕਰਦੀ ਏ, ਚੱਲ ਭਾਈ ਉੱਠ ਚੱਲੀਏ। ਖੜੀ ਭੈਣ ਪੁਕਾਰਾਂ ਅੱਜ ਕਰਦੀ ਏ, ਚੱਲ ਭਾਈ ਉੱਠ ਚੱਲੀਏ।
ਚੱਲ ਮਰਦਾਨੇ ਆ ਉੱਠ ਚੱਲੀਏ, 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 ਖੜੀ ਭੈਣ ਪੁਕਾਰਾ ਕਰਦੀ ਐ, ਚੱਲ ਮਰਦਾਨੇ ਉੱਠ ਚੱਲੀਏ, ਖੜੀ ਭੈਣ ਪੁਕਾਰਾ ਕਰਦੀ ਐ, ਚੱਲ ਭਾਈ ਉੱਠ ਚੱਲੀਏ, ਖੜੀ ਭੈਣ ਪੁਕਾਰਾ ਅੱਜ ਕਰਦੀ ਏ, ਚੱਲ ਭਾਈ ਉੱਠ ਚੱਲੀਏ, ਖੜੀ ਭੈਣ ਪੁਕਾਰਾ ਅੱਜ ਕਰਦੀ ਏ, ਚੱਲ ਭਾਈ ਉੱਠ ਚੱਲੀਏ। ਤੇ ਮਹਾਰਾਜ ਜੀ ਉਸੇ ਵੇਲੇ ਇਤਿਹਾਸ ਕਹਿੰਦਾ ਹੈ ਵੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਕਹਿੰਦੇ ਉੱਠ ਮਰਦਾਨਿਆਂ ਸਾਹਿਬ, ਉੱਠ ਸਾਮ ਮਰਦਾਨਿਆਂ ਰਬਾਬ ਤਾਈ, ਕਹਿੰਦੇ ਉੱਠ ਰਬਾਬ ਸੰਭਾਲ ਚੱਲਣਾ ਹੈ। ਉਸੇ ਵੇਲੇ ਭਾਈ ਮਰਦਾਨਾ ਜੀ ਉੱਠੇ, ਰਬਾਬ ਚੱਕੀ ਤੇ ਮਹਾਰਾਜ ਕਹਿੰਦੇ ਬੋਲ ਧੰਨ ਨਿਰੰਕਾਰ, ਅੱਖਾਂ ਮੀਟੀਆਂ ਧੰਨ ਨਿਰੰਕਾਰ ਆਖਿਆ, ਕਹਿੰਦੇ ਖੋਲ ਅੱਖਾਂ, ਖੋਲਿਆ ਤੇ ਸੁਲਤਾਨਪੁਰ ਬੇਬੇ ਦੇ ਦਰਵਾਜ਼ੇ ਤੇ ਖਲੋਤੇ ਨੇ। ਦਰਵਾਜ਼ਾ ਖੜਕਾਇਆ, ਬੇਬੇ ਅਜੇ ਖੜੀ ਹੈ ਤੇ ਘਟਨਾ ਉਦਾਂ ਹੀ ਵਾਪਰ ਗਈ ਫਿਰ ਸਾਰੀ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਆਪਣੀ ਬਾਣੀ ਆਪਣੇ ਬਚਨਾਂ ਵਿੱਚ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਜਦੋਂ ਦਰਵਾਜ਼ਾ ਖੜਕਿਆ, ਅੰਦਰ ਡਰ ਹੈ ਕਿ ਕਿਰੇ ਰਾਤ ਵਾਂਗ, ਕਿਉਂਕਿ ਸਾਰਾ ਕੁਝ ਰਾਤ ਵਾਂਗ ਹੋ ਗਿਆ, ਕਿਰੇ ਰਾਤ ਵਾਂਗ ਨੌਕਰ ਹੀ ਨਾ ਆਇਆ ਹੋਵੇ। ਪਰ ਇਸ ਵੇਲੇ ਤਾਂ ਨੌਕਰ ਕੋਈ ਆਉਂਦਾ ਹੀ ਨਹੀਂ। ਜਾ ਜਦੋਂ ਦਰਵਾਜ਼ਾ ਖੋਲਿਆ, ਜਿੱਦਾਂ 14ਵੀਂ ਦਾ ਚੰਦ ਚੜਿਆ ਹੁੰਦਾ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨੇ ਸਮੇਤ ਦਰਵਾਜ਼ੇ ਤੇ ਖਲੋਤੇ ਨੇ। ਬੇਬੇ ਦੀ ਹੂ ਨਿਕਲ ਗਈ, ਪੁਕਾਰ ਨਿਕਲ ਗਈ, ਬੇਬੇ ਝੁਕਣ ਲੱਗੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਝੁਕ ਗਏ, ਬੇਬੇ ਨੂੰ ਹੱਥਾਂ ਤੇ ਲੈ ਕੇ ਗਲ ਨਾਲ ਲਾ ਲਿਆ, ਕਹਿੰਦੇ ਭੈਣ ਜੀ ਤੁਸੀਂ ਵੱਡੇ ਹੋ, ਤੁਸੀਂ ਕਿਉਂ ਝੁਕ ਰਹੇ ਹੋ। ਭੈਣ ਹਾਲ ਚਾਲ ਪੁੱਛਦੀ, ਕਹਿੰਦੇ ਬੇਬੇ ਜਿਸ ਗੱਲ ਨੂੰ ਬੁਲਾਇਆ ਹੀ ਪਹਿਲਾਂ ਪ੍ਰਸ਼ਾਦਾ ਛਕਾ, ਭੁੱਖ ਲੱਗੀ ਹੈ। ਅਰਦਾਸ ਤੋ ਅਰਦਾਸ ਲਫ਼ਜ਼ ਨਹੀਂ ਕੋਈ, ਅਰਦਾਸ ਵਿਸ਼ਵਾਸ ਹੈ। ਮਾਤਾ ਭੇਲਣੀ ਉਹਨੂੰ ਉਹਨਾਂ ਦੇ ਗੁਰੂ ਨੇ ਸਵਾਮੀ ਮਤੰਗ ਮੁਨੀ ਨੇ ਕਹਿ ਦਿੱਤਾ ਕਿ ਤੇਰੀ ਝੋਪੜੀ 'ਚ ਰਾਮ ਆਉਣਗੇ। ਵਿਸ਼ਵਾਸ ਭਰੋਸਾ ਕਰ ਲਿਆ ਕਿ ਆਉਣਗੇ। ਉਹਨੇ ਰੋਜ਼ ਸਾਫ਼ ਕਰਨਾ ਰਾਹ, ਰੋਜ਼ ਫੁੱਲ ਵਿਛਾਉਣੇ, ਰੋਜ਼ ਬੇਰ ਤੋੜ ਕੇ ਲਿਆਉਣੇ, ਰੋਜ਼। ਇੱਕ ਦਿਨ ਵੀ ਨਾਗਾ ਨਹੀਂ ਪਾਇਆ ਵੀ ਨਹੀਂ ਜਿੱਦਣ ਆਉਣਗੇ ਉਦਣ ਦੇਖਾਂਗੇ, ਨਹੀਂ, ਰੋਜ਼ ਦੀ ਇੰਤਜ਼ਾਰ। ਇਦਾਂ ਹੀ ਗੁਰਸਿੱਖ ਦਾ ਧਰਮ, ਗੁਰਸਿੱਖ ਦਾ ਫਰਜ਼, ਰੋਜ਼ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਤੇ ਰਾਤ ਦਿਵਸ ਕੇ ਕੂਕਣੇ ਕਭੂ ਕੁਸਣਾ ਪੁਕਾਰ। ਜਦੋਂ ਕੋਈ ਭਰੋਸਾ ਰੱਖ ਕੇ, ਵਿਸ਼ਵਾਸ ਰੱਖ ਕੇ, ਬੜੀ ਤਾਕਤ ਹੈ ਪਿਆਰਿਓ ਵਿਸ਼ਵਾਸ ਦੀ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਸੰਤ ਜਵੰਦ ਸਿੰਘ ਜੀ, ਰਾਜਾ ਸਾਂਸੀ ਵਾਲੇ ਮਹਾਂਪੁਰਸ਼, ਰਾਜਾ ਸਾਂਸੀ ਵਾਲੇ ਮਹਾਂਪੁਰਸ਼ ਸੰਤ ਜਵੰਦ ਸਿੰਘ ਜੀ, ਜਿਹੜਾ ਅੰਮ੍ਰਿਤਸਰ ਇਸ ਵੇਲੇ ਰਾਜਾ ਸਾਂਸੀ ਇੰਟਰਨੈਸ਼ਨਲ 에ਅਰਪੋਰਟ ਹੈ, ਤੇ ਸੰਤ ਜਵੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਗੁਰਦੁਆਰਾ ਹੈ ਉਹ ਉਸ 에ਅਰਪੋਰਟ ਦੇ ਵਿੱਚ ਹੈ, ਅੰਦਰ ਹੈ ਬਿਲਕੁਲ, ਹਵਾਈ ਪੱਟੀ ਦੇ ਨਾਲ ਹੈ ਉਹ। ਤੇ ਕੁਝ ਸਾਲ ਪਹਿਲਾਂ ਜਦੋਂ 에ਅਰਪੋਰਟ ਛੋਟਾ ਸੀ ਤੇ ਖੁੱਲਾ ਹੁੰਦਾ ਸੀ, ਸੰਗਤਾਂ ਨਾਰਮਲ ਆਉਂਦੀਆਂ ਜਾਂਦੀਆਂ ਸੀ, ਤੇ ਜਦੋਂ ਇੰਟਰਨੈਸ਼ਨਲ 에ਅਰਪੋਰਟ ਬਣ ਗਿਆ ਫਿਰ ਉਥੋਂ ਦੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਉਹ ਗੁਰਦੁਆਰਾ ਬੰਦ ਕਰਵਾ ਦਿੱਤਾ।
ਕਿ ਵੀ ਫਲਾਈਟਾਂ ਬਹੁਤ ਆਉਂਦੀਆਂ ਜਾਂਦੀਆਂ ਨੇ ਤੇ ਰਾਹ ਅਸੀਂ ਖੁੱਲਾ ਨਹੀਂ ਛੱਡ ਸਕਦੇ ਕਿਉਂਕਿ ਹਵਾਈ ਪੱਟੀ ਵਿੱਚ ਹੈ। ਜਦੋਂ ਬੰਦ ਕਰ ਦਿੱਤਾ ਤੇ ਉੱਥੋਂ ਜਹਾਜ਼ ਉਤਰਨੇ ਵੀ ਬੰਦ ਹੋ ਗਏ। ਜਿਹੜੇ ਪਾਇਲਟ ਸੀ ਜਦੋਂ ਜਹਾਜ਼ ਉਤਾਰਿਆ ਕਰਨ ਉਹਨਾਂ ਨੂੰ ਲੱਗਿਆ ਕਰੇ ਥੱਲੇ ਖੇਤ ਹੈ ਜਾਂ ਉਹਨਾਂ ਨੂੰ ਲੱਗਿਆ ਕਰੇ ਥੱਲੇ ਸਮੁੰਦਰ ਹੈ, ਫਿਰ ਵਾਪਸ ਉਹਨਾਂ ਨੂੰ ਜਿਹੜਾ ਹੈ ਉਹ ਜਹਾਜ਼ ਉੱਤੇ ਚੜਾਉਣਾ ਪਿਆ ਕਰੇ। ਬੜੇ ਦਿਨ ਇਦਾਂ ਪ੍ਰੋਬਲਮ ਆਈ। ਆਖਰ ਪਾਇਲਟ ਸਾਰੇ ਇਕੱਠੇ ਹੋਏ, ਉਥੋਂ ਦਾ ਸਿਸਟਮ ਇਕੱਠਾ ਹੋਇਆ। ਇਹ ਸੱਚੀ ਘਟਨਾ ਹੁਣ ਦੀ ਅਜੇ। ਤੇ ਕਹਿੰਦੇ ਆਖਰ ਫਲਾਈਟਾਂ ਉਤਰ ਕਿਉਂ ਨਹੀਂ ਰਹੀਆਂ? ਜਾਂ ਫਲਾਈਟ ਦਿੱਲੀ ਉਤਾਰਨੀ ਪੈਂਦੀ ਹੈ ਜਾਂ ਫਲਾਈਟ ਚੰਡੀਗੜ੍ਹ ਉਤਾਰਨੀ ਪੈਂਦੀ ਹੈ, ਅੰਮ੍ਰਿਤਸਰ ਫਲਾਈਟ ਕਿਉਂ ਨਹੀਂ ਉਤਰ ਪਾ ਰਹੀ? ਤੇ ਪੁੱਛਿਆ ਪਾਇਲਟਾਂ ਨੂੰ, ਕਹਿੰਦੇ ਸਾਨੂੰ ਆਹ ਦਿਸਦਾ ਹੈ। ਆਖਰ ਕਿਸੇ ਬਜ਼ੁਰਗ ਨੇ ਆਖਿਆ, ਕਹਿੰਦੇ ਆਪਾਂ ਸੰਤ ਜਵੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਬੰਦ ਕਰਤਾ ਹੈ, ਇਸ ਕਰਕੇ ਆਹ ਕੁਝ ਹੋ ਰਿਹਾ ਹੈ। ਉਹਨੂੰ ਖੋਲੋ, ਸਫਾਈ ਕਰੋ, ਉਥੇ ਮਹਾਰਾਜ ਦਾ ਪ੍ਰਕਾਸ਼ ਹੋਵੇ, ਅਖੰਡ ਪਾਠ ਕਰਾਓ, ਅਰਦਾਸ ਕਰੋ, ਮਾਫੀ ਮੰਗੋ, ਠੀਕ ਹੋ ਜਾਏਗਾ। ਇਦਾਂ ਹੀ ਕੀਤਾ ਗਿਆ। ਉਹ 에ਅਰਪੋਰਟ ਦੁਆਰਾ ਗੁਰਦੁਆਰਾ ਸਾਹਿਬ ਸਾਫ਼ ਕੀਤਾ ਗਿਆ, ਪ੍ਰਕਾਸ਼ ਹੋਇਆ, ਮਹਾਰਾਜ ਦਾ ਅਖੰਡ ਪਾਠ ਹੋਇਆ, ਮਾਫੀ ਮੰਗੀ ਗਈ। ਉਹ ਸੰਤ ਜਵੰਦ ਸਿੰਘ ਜੀ ਮਹਾਰਾਜ ਇੰਨੀ ਕਮਾਈ ਵਾਲੇ ਮਹਾਂਪੁਰਸ਼, ਅੱਜ ਵੀ ਉਹਨਾਂ ਦੀ ਕਮਾਈ ਬੋਲਦੀ ਹੈ ਅੱਜ ਵੀ। ਤੇ ਉਹ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਂਪੁਰਸ਼ੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਬੇ ਦੀ ਪੁਕਾਰ ਸੁਣੀ ਤੇ ਆਏ ਤੇ ਭੋਜਨ ਛਕਿਆ। ਭਾਈ ਲਾਲੋ ਦੇ ਘਰ ਗਏ ਤੇ ਭਗਵਾਨ ਨੇ ਧੰਨੇ ਭਗਤ ਦਾ ਵੀ ਪ੍ਰਗਟ ਹੋ ਕੇ ਪ੍ਰਸ਼ਾਦਾ ਛਕਿਆ। ਤੇ ਕੀ ਆਪਣੇ ਭਾਗਾਂ 'ਚ ਕਦੀ ਏਦਾਂ ਦੇ ਦਰਸ਼ਨ ਹੋ ਸਕਦੇ ਆ? ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਧੰਨੇ ਜਿੰਨੀ ਭਾਵਨਾ ਹੋਣੀ ਚਾਹੀਦੀ ਹੈ, ਠਾਕੁਰ ਤੇ ਅੱਜ ਵੀ ਉਹੀ ਹੈ, ਮਾਲਕ ਤੇ ਅੱਜ ਵੀ ਉਹੀ ਹੈ। ਧੰਨੇ ਜਿੰਨੀ ਭਾਵਨਾ, ਧੰਨੇ ਜਿੰਨੀ ਸ਼ਰਧਾ। ਤੇ ਸੰਤ ਜਵੰਦ ਸਿੰਘ ਜੀ ਕਹਿਣ ਲੱਗੇ ਜੀ ਧੰਨੇ ਦੀ ਕੀ ਸ਼ਰਧਾ ਸੀ? ਤੇ ਬਾਬਾ ਜੀ ਕਹਿਣ ਲੱਗੇ ਧੰਨੇ ਨੇ ਪ੍ਰਸ਼ਾਦਾ ਰੱਖ ਕੇ ਭਗਵਾਨ ਨੂੰ ਇਹ ਕਿਹਾ ਸੀ ਕਿ ਜਦੋਂ ਤੱਕ ਤੂੰ ਨਹੀਂ ਖਾਏਗਾ ਉਦੋਂ ਤੱਕ ਧੰਨਾ ਵੀ ਭੁੱਖਾ ਤੇ ਪਿਆਸਾ ਬੈਠਾ ਮਰ ਜਾਏਗਾ, ਨਹੀਂ ਖਾਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਗਵਾਹੀ ਭਰੀ ਬਾਣੀ 'ਚ ਕਿ ਧੰਨਾ ਜੀ ਨੇ ਆਖਿਆ ਸੀ, ਹਾਂ ਭੀ ਮੂੰਹ ਨਾ ਜੋ ਠਾਲਸਾਂ, ਮੈਂ ਮੂੰਹ ਨਹੀਂ ਝੂਠਾ ਕਰਨਾ ਜਦ ਤੱਕ ਤੂੰ ਨਹੀਂ ਖਾਏਗਾ। ਤੇ ਫਿਰ ਇਦਾਂ ਹੀ ਹੋਇਆ। ਜਦੋਂ ਧੰਨੇ ਨੇ ਰੱਖਿਆ ਪ੍ਰਸ਼ਾਦਾ, ਦਹੀਂ ਹੈ, ਲੱਸੀ ਹੈ, ਮੱਖਣ ਹੈ, ਸਾਗ ਹੈ, ਮੱਕੀ ਦੀਆਂ ਰੋਟੀਆਂ ਪਕਾ ਕੇ ਧੰਨਾ ਜੀ ਨੇ ਰੱਖ ਦਿੱਤੀਆਂ। ਅਰਦਾਸ ਕੀਤੀ, ਠਾਕੁਰ ਜੀ ਭੋਗ ਲਾਓ, ਛਕੋ। ਠਾਕੁਰ ਜੀ ਆਏ, ਕੋਈ ਨਾ, ਬੈਠਾ ਰਿਹਾ। ਸ਼ਾਮ ਤੱਕ ਉਡੀਕਦਾ ਰਿਹਾ ਤੇ ਕਹਿੰਦਾ ਦੇਖੋ ਮਿਲਣਾ ਤੁਹਾਨੂੰ ਇੱਥੇ ਇਹੀ ਕੁਝ ਹੈ, ਇਹੀ ਮਿਲਣਾ, ਆ ਕੇ ਖਾਓ। ਫਿਰ ਭਾਈ ਸਾਹਿਬ ਜੀ ਕਹਿੰਦੇ ਤਰਲੇ ਕਰਦਾ, ਹੱਥ ਜੋੜ ਮਿੰਨਤ ਕਰੇ, ਪੈਰੀ ਪੈ ਪੈ ਬਹੁਤ ਮਨਾਵੇ, ਹੱਥ ਜੋੜਦਾ, ਮਿੰਨਤਾਂ ਕਰਦਾ, ਤਰਲੇ ਕਰਦਾ, ਭਗਵਾਨ ਜੀ ਆਓ, ਭਗਵਾਨ ਜੀ ਆਓ। ਆਖਰ ਜਦ ਸਾਰਾ ਦਿਨ ਲੰਘ ਗਿਆ, ਕਹਿੰਦਾ ਚੰਗਾ ਫਿਰ ਨਹੀਂ ਆਉਂਦਾ ਤੇ ਆ ਬੈਠਾ ਜੱਟ ਭੁੱਖਾ ਪਿਆਸਾ, ਮੈਂ ਨਹੀਂ ਹਿਲਦਾ ਹੁੰਦਾ, ਮੈਂ ਨਹੀਂ ਹਿਲਣਾ, ਉਦੋਂ ਤੱਕ ਮੂੰਹ ਝੂਠਾ ਨਹੀਂ ਕਰਾਂਗਾ ਜਦ ਤੱਕ ਨਹੀਂ ਆਵੇਂਗਾ। ਬਥੇਰਾ ਪੰਡਤ ਨੇ ਆ ਕੇ ਰੌਲਾ ਪਾਇਆ, ਘਰਦਿਆਂ ਨੇ ਰੌਲਾ ਪਾਇਆ, ਪਰ ਧੰਨਾ ਜੀ ਤਾਂ ਕਹਿੰਦੇ ਬੈਠੇ ਰਹੇ। ਇੱਕ ਦਿਨ ਲੰਘ ਗਿਆ, 2 ਦਿਨ ਲੰਘ ਗਏ, 3 ਦਿਨ ਹੋ ਗਏ, ਭੁੱਖੇ ਪਿਆਸੇ ਭਗਵਾਨ ਨੂੰ ਚਿੰਤਾ ਹੋਈ। ਤੇ ਕਹਿੰਦੇ ਉਸੇ ਪੱਥਰ ਚੋਂ ਭਗਵਾਨ ਦਾ ਇੱਕ ਹੱਥ ਬਾਹਰ ਆਇਆ ਪਹਿਲਾਂ, ਤੇ ਆਵਾਜ਼ ਆਈ, ਕਹਿੰਦੇ ਧੰਨਿਆ ਲਿਆ ਦੇ, ਰੋਟੀ ਖਾਣੀ ਹੈ। ਤੇ ਕਹਿੰਦਾ ਇਦਾਂ ਨਹੀਂ, ਛੁਪ ਛੁਪ ਕੇ ਨਹੀਂ, ਸਾਹਮਣੇ ਆਓ, ਰੋਟੀ ਖਾਣੀ ਤੇ ਸਾਹਮਣੇ ਆਓ, ਇਦਾਂ ਥੋੜੀ ਦੇਾਂਗੇ ਰੋਟੀ। ਤਾਂ ਭਗਵਾਨ ਨੂੰ ਪ੍ਰਗਟ ਹੋਣਾ ਪਿਆ। ਗੋਸਾਈ ਪ੍ਰਤੱਖ ਹੋਏ, ਪ੍ਰਤੱਖ ਹੋ ਗਏ, ਸਾਹਮਣੇ ਆ ਕੇ ਖੜੇ ਹੋ ਗਏ। ਕਹਿੰਦੇ ਲਿਆ ਰੋਟੀ, ਕਹਿੰਦਾ ਖਾ ਲਓ, ਪਈ ਹੈ। ਭਗਵਾਨ ਕਹਿੰਦੇ 3 ਦਿਨਾਂ ਦੀ ਬਈ, ਠੰਡੀ ਠੰਡੀ ਰੋਟੀ, ਠੰਡਾ ਸਾਗ, ਪੁਰਾਣੀ ਲੱਸੀ। ਤੇ ਧੰਨਾ ਕਹਿੰਦਾ ਤੁਹਾਡੀ ਗਲਤੀ, ਮੇਰੀ ਥੋੜੀ ਗਲਤੀ ਹੈ। 3 ਦਿਨ ਤੁਸੀਂ ਲਾਏ, ਉਹਨੂੰ ਮੈਂ ਥੋੜੀ ਲਾਏ, ਮੈਂ ਤੇ ਤਾਜ਼ਾ ਹੀ ਬਣਾ ਕੇ ਰੱਖਿਆ ਸੀ ਤੁਹਾਡੇ ਮੂਹਰੇ, ਹੁਣ ਇਹੀ ਖਾਣਾ ਪੈਣਾ। ਇੰਨਾ ਪਿਆਰ ਭਗਵਾਨ ਨੂੰ। ਤੇ ਬਾਬਾ ਜੀ ਕਹਿਣ ਲੱਗੇ ਧੰਨੇ ਨੇ ਜਿੱਦ ਕੀਤੀ ਸੀ
प्यार की भावना दी कि छका के उठना है, उदों पहला उठना ही नहीं। तो कहते उदा ही मन बनाना पैना, कहते ठीक है उदा ही बना लेने। फिरोजपुर सारा गढ़ी का जिक्र है ये। ते उत्थे दोनों महापुरुषों ने संत जवंत सिंह जी महाराज ते धन बाबा नंद सिंह जी महाराज दोनों ने उस दिन गए जंगल विच लकड़ा कट्टियां, बाजार वेचियां, थोड़ा राशन खरीदिया ते लिया के लंगर थोड़ा जिहा ते प्रसाद बना के धन गुरु ग्रंथ साहिब सच्चे पातशाह की हजूरी च रख के ते अरदास की भी महाराज किरपा करो प्रगट हो के ते भोग लाओ छको। ते नाल अरदास ये कर दी भी जदों तक आप नहीं छकोगे उदों तक असीं भी भुखे ते प्यासे ही रवांगे, नहीं छकांगे। हुण इहदे पिछे भगती बहुत है, ये नहीं भी एकदम उठे ते भुखे होके बह गए भी, नहीं इदां नहीं। उन्हां दी तपस्या बड़ी है, उन्हां नूं किन्ने किन्ने साल हो गए तप करदे आ। उदों पहलां पुच्चों वाले महापुरुषां ने 5 लाख जपजी साहिब का पाठ बाबा नंद सिंह जी महाराज तो करवाया। कमाई तो बिना नहीं है गल बनती, कमाई होवे ते फिर वो हाज़र है। कमाई दे नाल है गल भी इदां ही कोई घर जाके प्रसाद रख के गया मैं तो भुखा बैठा आके छकेगा तां उठू, इदां नहीं गल बननी। क्योंकि साडे मन इन्ने मैले ने कि इन्ने सौखी गल नहीं बन सकती। कमाई जरूरी है नाल, भगती जरूरी है नाल। उन्हां दी तपस्या सी नाल, किन्ने वरियां दी तपस्या सी उन्हां दी। ते उन्हां ने प्रसादा रखिया, 2.5-3 घंटे बैठे रहे, सिमरन करते रहे, कोई हिल जुल ना होई। प्रसादा बाहर वंड दिता, फिर गुरु की याद विच। फिर दूजे दिन उस तरह प्रसादा तैयार किया, फिर अरदास की, हे धन गुरु नानक साहब सच्चे पातशाह किरपा करो धन्ने दा छकिया सी साडा भी छको गुरु जी, धन्ने दा छकिया सी साडा भी छको गुरु जी। धन्ने दा छकिया सी साडा भी छको गुरु जी, धन्ने दा छकिया सी साडा भी छको गुरु जी। साडा भी छको गुरु जी, साडा भी छको गुरु जी, साडा भी छको गुरु जी, साडा भी छको गुरु जी। धन्ने दा छकिया सी साडा भी छको गुरु जी, धन्ने दा छकिया सी साडा भी छको गुरु जी। धन्ने दा छकिया सी साडा भी छको गुरु जी, धन्ने दा छकिया सी साडा भी छको गुरु जी। अरदास की, फिर उदा ही इंतजार किया, सतगुर नहीं आए। दूजा दिन लंघ गया, तीजा दिन फिर अरदास की, चौथा दिन, पंजवां दिन, छेवां दिन। ते पहला भी 40 दिनों तो दोनों महापुरुषों ने इतिहास कहता है बाबा जी का कि केवल उन्होंने एक घुट जल ते एक जौ का दाना लैके तपस्या कर रहे थे उत्थे गुरुद्वारा साहब। ते इन्ने दिनों तो पहला भी कुछ नहीं सी खाधा, ते हुण 6 दिन हो गए पानी का घुट भी नहीं पी रहे। 7वें दिन ते बेहोश होए, 1-2 बार डिगे, पर फिर भी लकड़ा लियांदियां, बाजार वेचियां, राशन लियाए, लंगर पानी तैयार किया, फिर अरदास की महाराज के चरणों च। पर शरीर इन्ने निर्बल हो गए इन्ने दिनों च दोनों महापुरुषों के कि लग्या भी हुण शरीर नहीं रहना। ते संत जवंत सिंह जी कहन लगे बाबा जी लगता है भी शरीर नहीं रहना। बाबा जी कहते हाँ सानू भी यही लगता है। कहते क्या करिए? कहते फिर आप हुण गुरु के चरणों च अरदास करके शरीर छड्डदे हां। कहते वाजा लो। ते संत जवंत सिंह जी कीर्तन बड़ा सोहना करते सी, ते उन्होंने वाजा फड़ लिया। ते बाबा नंद सिंह जी ने पुछदे कहते की पढ़ा? ते बाबा नंद सिंह जी कहते तुसीं वाजा बजाओ ते मैं पढ़दा। संत जवंत सिंह जी वाजा बजाउण लग पे, ते बाबा नंद सिंह जी महाराज पढ़न लग पे। लेखे विच ला लो जी जन्म तुम्हारे लेखे, 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 लेखे विच ला लो जी जन्म तुम्हारे लेखे,
ਲੇਖੇ ਵਿੱਚ ਲਾ ਲਓ ਜੀ ਜਨਮ ਤੁਹਾਰੇ ਲੇਖੇ ਵਿੱਚ ਲਾ ਲਓ ਜੀ ਜਨਮ ਤੁਹਾਰੇ ਲੇਖੇ ਲੇਖੇ ਵਿੱਚ ਲਾ ਲਓ ਜੀ ਜਨਮ ਤੁਹਾਰੇ ਲੇਖੇ 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 ਲੇਖੇ ਵਿੱਚ ਲਾ ਲਓ ਜੀ 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 ਜਨਮ ਤੁਹਾਰੇ ਲੇਖੇ ਬਹੁਤ ਜਨਮ ਵਿਚਰੇ ਤੇ ਮਾਧੋ ਜਨਮ ਤੁਹਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਤੇ ਜਦ ਦੋਨਾਂ ਮਹਾਂਪੁਰਸ਼ਾਂ ਨੇ ਇਦਾਂ ਅਰਦਾਸ ਕਰਕੇ ਬੇਹੋਸ਼ ਹੋ ਗਏ ਤੇ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਕਿਉਂਕਿ ਸੰਪੂਰਨ ਤੌਰ ਤੇ ਪ੍ਰਵਾਨ ਕਰ ਲਿਆ ਵੀ ਹੁਣ ਮਰ ਗਏ ਨੇ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ, ਆਵਾਜ਼ ਦਿੱਤੀ, ਦੋਨਾਂ ਮਹਾਂਪੁਰਸ਼ਾਂ ਨੂੰ ਉਠਾਇਆ, ਮਾਨੋ ਜਿਵੇਂ ਨਵਾਂ ਜੀਵਨ ਬਖਸ਼ਿਆ। ਫਿਰ ਮੁੜ ਕੇ ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛਰਤ ਆਣ ਮਿਲਾਇਆ, ਮੁਰਦਿਆਂ ਨੂੰ ਜਿੰਦਾ ਕਰਕੇ ਵਿਛੜਿਆਂ ਨੂੰ ਮਿਲਾ ਲਿਆ ਗੁਰੂ ਨੇ। ਭੋਜਨ ਛਕਿਆ, ਫਿਰ ਬਚਨ ਕੀਤਾ, ਕਹਿੰਦੇ ਮੰਗੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਆਖਿਆ ਮੈਨੂੰ ਮੰਗਣਾ ਨਹੀਂ ਆਉਂਦਾ, ਕਹਿੰਦੇ ਫਿਰ ਵੀ ਮੰਗੋ। ਕਹਿੰਦੇ ਬਸ ਆਪਣਾ ਬਣਾ ਲਓ, ਹੋਰ ਨਹੀਂ ਕੁਝ ਚਾਹੀਦਾ। ਕਿਆ ਕਰਦੇ ਸੀ ਬਾਬਾ ਜੀ? ਕਹਿੰਦੇ ਜੇ ਕਦੇ ਗੁਰੂ ਪੁੱਛ ਲਵੇ ਨਾ ਕੁਝ ਮੰਗ ਲਓ, ਕਹਿੰਦੇ ਇਹੀ ਕਹਿ ਦਿਓ ਕਿ ਆਪਣਾ ਬਣਾ ਲਓ, ਹੋਰ ਨਾ ਕੁਝ ਮੰਗਿਓ। ਐਵੇਂ ਨਾ ਕਹਿੰਦੇ, ਬਾਬਾ ਜੀ ਕਹਿੰਦੇ ਸੀ ਐਵੇਂ ਨਾ ਕੁੜੀਆਂ ਮੁੰਡੇ ਮੰਗਦੇ ਫਿਰਿਓ, ਕੋਈ ਨਹੀਂ ਕਿਸੇ ਸਾਥ ਦੇਣ ਵਾਲਾ ਕੋਈ ਵੀ ਤੁਹਾਡਾ ਸਾਥ ਤੁਹਾਡਾ ਕੇਵਲ ਗੁਰੂ ਨੇ ਦੇਣਾ ਹੈ, ਤੇ ਉਹਨੂੰ ਹੀ ਮੰਗ ਲਿਓ ਵੀ ਮਹਾਰਾਜ ਤੁਹਾਡੇ ਚਰਨ ਚਾਹੀਦੇ ਆ, ਤੁਸੀਂ ਚਾਹੀਦੇ ਹੋ, ਹੋਰ ਨਹੀਂ ਕੁਝ ਚਾਹੀਦਾ। ਇਹ ਸਾਰਾ ਕੁਝ ਤੇ ਬਿਨਾਂ ਮੰਗੇ ਵੀ ਮਿਲ ਜਾਣਾ ਹੈ, ਤੇ ਮੰਗਣ ਦੀ ਕੀ ਲੋੜ ਹੈ। ਤਾਂ ਸੰਤ ਜਵੰਤ ਸਿੰਘ ਜੀ ਨੇ ਪੁੱਛਿਆ, ਕਹਿੰਦੇ ਮੰਗੋ ਸੰਤ ਜੀ। ਤੇ ਉਹਨਾਂ ਨੇ ਮੰਗਿਆ, ਕਹਿੰਦੇ ਜੀ ਕੀਰਤਨ ਕਰਾਂ, ਜਿੱਦਾਂ ਅੱਜ ਤੁਹਾਡੇ ਦਰਸ਼ਨ ਹੋਏ ਆ ਨਾ ਕੀਰਤਨ ਕਰਕੇ, ਇਦਾਂ ਸਾਰਿਆਂ ਨੂੰ ਤੁਹਾਡੇ ਦਰਸ਼ਨ ਹੋ ਜਾਇਆ ਕਰਨ, ਜਿਹੜਾ ਬੈਠੇ ਤੁਹਾਡੇ ਦਰਸ਼ਨ ਹੋ ਜਾਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੂੰ ਇਹ ਦਾਤ ਮਰ ਕੇ ਪ੍ਰਾਪਤ ਕੀਤੀ ਹੈ, ਇਦਾਂ ਨਾ ਵੰਡੀ, ਇਦਾਂ ਨਾ ਵੰਡੀ। ਤੋ ਅਰਦਾਸ ਦੀ ਇੰਨੀ ਤਾਕਤ, ਇੰਨਾ ਮਹਾਤਮ। ਅਬਦਾਲੀ ਵੇਲੇ ਅਬਦਾਲੀ ਇੱਕ ਦਿਨ ਕਹਿਣ ਲੱਗਿਆ, ਕਹਿੰਦੇ ਸਿੱਖ ਖਤਮ ਹੀ ਨਹੀਂ ਹੁੰਦੇ, ਇੰਨਾ ਮਾਰਿਆ ਇੰਨਾ ਮੁਕਾਇਆ, ਖਤਮ ਨਹੀਂ ਹੋ ਰਹੇ, ਆਖਰ ਇਹਨਾਂ ਕੋਲ ਤਾਕਤ ਕਿਹੜੀ ਹੈ, ਇਹ ਕਰਦੇ ਕੀ ਹੈ, ਹੁੰਦੇ ਕਿੱਦਾਂ ਦੇ ਨੇ। ਤੇ ਉਹਨੇ ਭੰਡਾਂ ਨੂੰ ਬੁਲਾ ਕੇ ਕਹਿੰਦੇ ਕਿਹਾ ਵੀ ਮੈਨੂੰ ਸਿੱਖਾਂ ਦੀ ਨਕਲ ਕਰਕੇ ਵਿਖਾ। ਤੇ ਭੰਡਾਂ ਨੇ ਸਿੱਖਾਂ ਦੀ ਨਕਲ ਕੀਤੀ, ਇੱਕ ਸਿੱਖਾਂ ਦੀ ਮੰਡਲੀ ਬਣ ਗਈ, ਇੱਕ ਛੋਟੀ ਜੀ ਫੌਜ ਬਣ ਗਈ, ਟੁਕੜੀ ਭੰਡ। ਤੇ ਇੱਕ ਪਾਸੇ ਅਬਦਾਲੀ ਦੀਆਂ ਫੌਜਾਂ ਤੇ ਇੱਕ ਪਾਸੇ ਜਿਹੜੇ ਨਕਲੀ ਭੰਡ ਸਿੱਖ ਬਣੇ ਸੀ, ਉਹਨਾਂ ਨੇ ਅਰਦਾਸ ਕੀਤੀ ਤੇ ਅਬਦਾਲੀ ਦੀਆਂ ਫੌਜਾਂ ਤੇ ਚੜ ਗਏ। ਤੇ ਜਿੰਨੀਆਂ ਅਬਦਾਲੀ ਨੇ ਸਾਹਮਣੇ ਖੜੀਆਂ ਕੀਤੀਆਂ ਸੀ ਨਾ ਫੌਜਾਂ, ਉਹ ਭੰਡਾਂ ਨੇ ਸਾਰੀਆਂ ਹੀ ਮਾਰਤੀਆਂ। ਬੜੀ ਮੁਸ਼ਕਲ ਭੰਡ ਕਾਬੂ ਕਰਕੇ ਤੇ ਅਬਦਾਲੀ ਕਹਿੰਦਾ ਉਹ ਤੁਸੀਂ ਕੀਤਾ ਕੀ? ਵੀ ਤੁਹਾਨੂੰ ਤਾਂ ਕੇਵਲ ਮੈਂ ਵੇਖਣ ਮਾਤਰ ਵੀ ਸਿੱਖ ਹੁੰਦੇ ਕਿੱਦਾਂ ਦੇ, ਉਹ ਜੰਗ ਕਿੱਦਾਂ ਕਰਦੇ ਐ, ਵੀ ਤੁਸੀਂ ਮੈਨੂੰ ਉਹਨਾਂ ਕਰਕੇ ਵਿਖਾਓ, ਤੁਸੀਂ ਮੇਰੀ ਸਾਰੀ ਫੌਜ ਮਾਰ ਦਿੱਤੀ ਹੈ, ਆਖਰ ਇਹ ਹੈ ਕੀ, ਮਾਜਰਾ ਕੀ ਹੈ? ਤੇ ਕਹਿਣ ਲੱਗੇ ਅਬਦਾਲੀ ਇਹ ਸਿੱਖ ਦੀ ਅਰਦਾਸ ਦੀ ਤਾਕਤ ਹੈ, ਸਾਨੂੰ ਨਹੀਂ ਪਤਾ। ਸੱਚ ਜਦੋਂ ਅਸੀਂ ਅਰਦਾਸ ਕੀਤੀ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਸਾਡੇ ਵਿੱਚ ਦੀ ਕੌਣ ਵਰਤਿਆ, ਕਿਉਂਕਿ ਅਰਦਾਸ ਦੇ ਵਿੱਚ ਆਪ ਵਰਤਦਾ ਸਤਿਗੁਰੂ। ਤੋ ਅਰਦਾਸ ਜਦੋਂ ਕਰਨੀ ਸਿੱਖ ਨੇ ਭਾਵਨਾ ਨਾਲ, ਸ਼ਰਧਾ ਨਾਲ, ਵਿਸ਼ਵਾਸ ਰੱਖ ਕੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਗੁਰੂ ਕਿਰਪਾ ਬਖਸ਼ਿਸ਼ ਕਰੇ, ਰਹਿਮਤ ਕਰੇ। ਸਾਰੀਆਂ ਸੰਗਤਾਂ ਦਾ, ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟਾਨ ਸ਼ੁਕਰਾਨਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਹੁਣ ਦੀਵਾਨ ਦੀ ਸਮਾਪਤੀ ਹੈ ਜੀ। ਬਸ 2 ਮਿੰਟ ਦੀ ਇੱਕ ਧਾਰਨਾ
ਹੁਕਮ ਆਇਆ ਸੰਗਤ ਵੱਲੋਂ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ ਜੀ। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। नाम ना विसरे, नाम ना विसरे, नाम ना विसरे, नाम ना विसरे। नाम न विसरे, नाम न विसरे, नाम न विसरे, नाम न विसरे। नाम ना विसरे, नाम ना विसरे, नाम ना विसरे, नाम ना विसरे। नाम न विसरे, नाम न विसरे, नाम न विसरे, नाम न विसरे। दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। बिन तद होर जे मंगना, बिन तद होर जे मंगना। बिन तुत गोरज मंगना, बिन तुत गोरज मंगना। बिन तद होर जे मंगना, बिन तद होर जे मंगना। बिन तुत गोरज मंगना, बिन तुत गोरज मंगना। सिर दुखां के दुख, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना नाम ना विसरे। ऐसी दया करो महाराज, नाम ना नाम ना विसरे। दे नाम संतोखिया, दे नाम संतोखिया। 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 उतरे मन की भुख, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे। वाहिगुरु 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 वाहिगुरु, वाहिगुरु 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 वाहिगुरु। वाहिगुरु 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 वाहिगुरु, वाहिगुरु 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 वाहिगुरु। वाहिगुरु 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 वाहिगुरु, वाहिगुरु 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 वाहिगुरु। वाहिगुरु 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 वाहिगुरु। गुरु वाहिगुरु वाहिगुरु वाहिगुरु, गुरु वाहिगुरु वाहिगुरु, गुरु वाहिगुरु 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 वाहिगुरु
ਵਾਹਿਗੁਰੂ 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 ਵਿਸਰ ਨਹੀਂ ਦਾਤਾਰ ਆਪਣਾ ਨਾਮ ਲਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਲਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਲਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਲਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ 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 ਨਾਨਕ ਚਾਹੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ